साहिब जियो। ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल रखी मेरी। कृपा करो दीन के दाते, मेरा गुण अवगुण ना विचारो कोई। माटी का क्या थोपै स्वामी, मानस की गत एह। हऊँ आया दूरों चल कै, मैं तकी तो सरनाए जियो। मैं आशा रखी चित में, मेरा सब दुख गवाए जियो। जैसी मैं आवे खसम की वाणी, तैसड़ा करी ज्ञान वेला लो। पाप की जंजल काबल होताया, जोरी मंगे दान वेला लो। शर्म धर्म दोए छप खलोए, कूड़ फिरै प्रधान वेला लो। काजिया भमण की गल थकी, अगद पड़ै शैतान वेला लो। सतनाम श्री वाहिगुरु साहिब जियो। तिलंग महला पंजवा, घर पहला। एक ओंकार सतगुर प्रसाद। खाक नूर करदंग आलम दुनिया, आसमान जमीन दरखत आब पैदाइश खुदाई। खाक नूर करदंग आलम दुनिया, आसमान जमीन दरखत आब पैदाइश खुदाई। बंदे चसम दीदंग फनाई, दुनिया मुरदार खुरदनी गाफुल हवाए रहाओ। गैवान हैवान हरम कुस्तनी, मुरदार बखुराए। दिल कवज कवजा कादरो, दोजक सजाए। भली नियामत बिरादरा, दरबार मिल्क खानाए। जब अजरायल बस्तनी, तब चेकारे पेदाए। हवाल मालूम करदंग पाक अल्लाह, भुगो नानक अरदास पेश दरवेश बंदा। हवाल मालूम करदंग
पाक अलाह बोघो नानक अरदास पेश दरवेश बंदा वाहे गुरु वाहे गुरु वाहे गुरु तन वाहे गुरु वाहे गुरु। वाहिगुरु जी परम सन्मान सत्कारयोग गुरु नानक नाम लेवा गुरु की साजी निवाजी गुरु का खास रूप खालसा साध संगत जी आप सब संगत माई भाई वड्डियां भागां वाले हो जो ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਸੇਵਾ ਅਤੇ ਸਿਮਰਨ ਕਰ ਸਤਿਗੁਰਾਂ ਦੇ ਦਰ ਨਤ ਮਸਤਕ ਹੋ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧੰਨਤਾ ਦੇ ਜੋਗ ਚਾਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਗਿਆਨ ਗੁਰੂ ਸਰਬ ਲੋਕਾਈ ਨੂੰ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਸਰਬ ਸਾਂਝੇ ਰਹਿਬਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਪਿਆਰਿਓ, ਗੁਰੂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ। ਸਤਿਗੁਰਾਂ ਦੇ ਬਖਸ਼ੇ ਹੋਏ ਸਮੇਂ ਨੂੰ ਸੰਭਾਲਦੇ ਹੋਏ ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰੀਏ। ਪ੍ਰੇਮ ਸਤਿਕਾਰ ਸ਼ਰਧਾ ਤੇ ਭਾਵਨਾ ਇਕਾਗਰਤਾ ਸਾਹਿਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਫੱਗਣ ਮਹੀਨੇ ਦੀ ਆਰੰਭਤਾ ਦਾ ਪਹਿਲਾ ਦਿਨ ਹੈ, ਜੋ ਕਿ ਦੇਸ਼ ਦੁਨੀਆ 'ਤੇ ਸੰਗਤਾਂ ਬੜੇ ਚਾਅ ਅਤੇ ਪ੍ਰੇਮ ਸ਼ਰਧਾ ਅਤੇ ਭਾਵਨਾ ਦੇ ਨਾਲ ਇਸ ਮਹੀਨੇ ਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਕੇ ਸਤਿਗੁਰਾਂ ਤੋਂ ਆਪਣੇ ਘਰ ਪਰਿਵਾਰ, ਆਪਣੇ ਨਗਰ ਖੇੜੇ, ਆਪਣੇ ਦੇਸ਼, ਆਪਣੇ ਸ਼ਹਿਰ ਭਾਵ ਸਾਰੇ ਹੀ ਸੰਸਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਅਤੇ ਸੁੱਖ ਸ਼ਾਂਤੀ ਦੀ ਮੰਗ ਕਰਦੇ ਹਾਂ। ਹਰ ਮਹੀਨੇ ਇਹ ਸੂਰਜ ਦੇ ਬਦਲਾਵ, ਸੂਰਜ ਦੇ ਗ੍ਰਹਾਂ ਦੇ ਵਿੱਚ ਜਾਣ ਕਰਕੇ ਇਹ ਸੰਕਰਾਂਤ ਭਾਵ ਸੰਕ੍ਰਾਂਤੀ ਸ਼ਬਦ ਹੈ ਅਤੇ ਆਪਾਂ ਸਰਲਤਾ ਦੇ ਨਾਲ ਇਹਨੂੰ ਸੰਗਰਾਂਦ ਕਹਿੰਦੇ ਹਾਂ। ਅਤੇ ਖਾਸ ਕਰਕੇ ਇਹ ਸੰਗਰਾਂਦ ਦਾ ਜੋ ਕਹਿ ਲਓ ਵੀ ਸਿੱਖਾਂ ਦੇ ਵਿੱਚ
ਖਾਲਸਿਆਂ ਦੇ ਵਿੱਚ ਆਉਣ ਦਾ ਕੀ ਕਾਰਨ ਤੇ ਕਿਵੇਂ ਇਹ ਸੰਗਰਾਂਦ ਦੇ ਨਾਲ ਅਸੀਂ ਜੁੜੇ। ਦੂਜੀ ਗੱਲ ਇਹਦੀ ਵਿਚਾਰ ਆਪਾਂ ਬਾਅਦ ਵਿੱਚ ਕਰਾਂਗੇ। ਪਹਿਲਾਂ ਆਪਾਂ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਕੇ ਅਰਦਾਸ ਬੇਨਤੀ ਕਰੀਏ। ਅਤੇ ਜਿਹੜੀ ਦੂਸਰੀ ਗੱਲ ਹੈ, ਪਹਿਲੀ ਗੱਲ ਤਾਂ ਇਹ ਹੈ ਵੀ ਸਾਹਿਬ ਮੇਰਾ ਨੀਤ ਨਵਾ। ਸਾਡਾ ਪਾਤਸ਼ਾਹ, ਸਾਡਾ ਗੁਰੂ, ਸਾਡਾ ਪਰਮੇਸ਼ਰ ਰੋਜ਼ ਹੀ ਨਵਾਂ ਹੈ। ਇਹ ਪੁਰਾਣਾ ਨਹੀਂ, ਇਹ ਬੁੱਢਾ ਨਹੀਂ, ਇਹ ਜਵਾਨ ਨਹੀਂ, ਇਹ ਬੱਚਾ ਨਹੀਂ। ਇਸ ਪਾਤਸ਼ਾਹ ਨੂੰ, ਇਸ ਰਹਿਬਰ ਨੂੰ, ਜਗਤ ਦੇ ਮਾਲਕ ਨੂੰ ਮਹਿਸੂਸ ਕਰਨਾ ਹੈ। ਭਲੇ ਦੇ ਕਰਮ ਕਰਨੇ, ਚੰਗੇ ਰਸਤੇ 'ਤੇ ਚੱਲਣਾ, ਚੰਗੀਆਂ ਗੱਲਾਂ ਕਰਨੀਆਂ, ਚੰਗੀ ਸਿੱਖਿਆ ਲੈਣੀ ਅਤੇ ਚੰਗੀ ਸਿੱਖਿਆ ਦੇਣੀ, ਇਹੋ ਹੀ ਅਸਲ ਦੇ ਵਿੱਚ ਮਨੁੱਖ ਦਾ ਜੀਵਨ ਹੈ। ਹੁਣ ਜੀਵਨ ਪਰਮਾਤਮਾ ਵੱਲੋਂ ਸਭ ਨੂੰ ਮਿਲਿਆ ਹੋਇਆ। ਸਵਾਸ ਸਾਰੇ ਲੈਂਦੇ ਆ, 24 ਘੰਟੇ ਸਾਰੇ ਹੀ ਆਪਣੇ ਜੀਵਨ ਦੇ ਭੋਗਦੇ ਆ। ਕੋਈ ਇਹਨਾਂ 24 ਘੰਟਿਆਂ ਵਿੱਚ 24 ਮਿੰਟ ਪਰਮਾਤਮਾ ਦਾ ਨਾਮ ਜਪਦਾ ਹੈ। ਕਈ ਐਸੀਆਂ ਰੂਹਾਂ ਨੇ 24 ਘੰਟਿਆਂ ਦੇ ਵਿੱਚੋਂ ਕਹਿ ਲਓ ਵੀ 24 ਦੇ 24 ਘੰਟੇ ਹੀ ਗੁਰੂ ਪਰਮੇਸ਼ਰ ਨੂੰ ਯਾਦ ਰੱਖਦੀਆਂ ਨੇ। ਇਹ ਨਹੀਂ ਵੀ ਇਸ ਸੰਸਾਰ ਦੇ ਵਿੱਚ ਨਾਮੀ ਰੂਹਾਂ ਨਹੀਂ, ਨਾਮ ਜਪਣ ਵਾਲੀਆਂ ਰੂਹਾਂ ਬਹੁਤ ਨੇ। ਆਪੋ ਆਪਣੀ ਮੱਤ ਅਨੁਸਾਰ ਸਾਰੇ ਪਰਮਾਤਮਾ ਦੇ ਨਾਮ ਜਪਣ ਦਾ ਵੀ ਯਤਨ ਕਰਦੇ ਨੇ। ਪਰਮਾਤਮਾ ਦੇ ਨੇੜੇ ਜਾਣ ਦਾ ਯਤਨ ਕਰਦੇ ਨੇ। ਉਹਦੀ ਬਣਾਈ ਹੋਈ ਖਲਕਤ ਨੂੰ, ਕੁਦਰਤ ਨੂੰ ਸੰਭਾਲਦੇ ਨੇ। ਜਿਵੇਂ ਰੁੱਖ ਬਿਰਖ, ਪਸ਼ੂ ਪੰਛੀਆਂ ਦੀ ਸੰਭਾਲ ਕਰਦੇ ਆ, ਇਹ ਉਸ ਪਰਮਾਤਮਾ ਦੀ ਕੁਦਰਤ ਨੂੰ ਸੰਭਾਲਣਾ, ਭਾਵ ਕੁਦਰਤ ਦੇ ਮਾਲਕ ਨੂੰ ਪਿਆਰ ਕਰਨਾ ਹੈ। ਫੁੱਲ ਫਲ ਪੌਦੇ ਅਤੇ ਆਦਿਕ ਸੰਗਤ ਜੀ, ਉਸ ਪਰਮਾਤਮਾ ਨੇ ਇਸ ਬ੍ਰਹਿਮੰਡ ਦੇ ਵਿੱਚ ਬੜਾ ਕੁਝ ਪੈਦਾ ਕੀਤਾ ਅਤੇ ਸਾਡੀਆਂ ਨਿਗਾਹਾਂ ਦੇ ਵਿੱਚ ਸਭ ਕੁਝ ਹੈ। ਅਤੇ ਅਸੀਂ ਉਸ ਪਰਮਾਤਮਾ ਦਾ ਇਹ ਸਭ ਕੁਝ ਬਣਾਇਆ ਹੋਇਆ ਵੇਖਦੇ ਹਾਂ ਅਤੇ ਇਸ ਦਾ ਆਨੰਦ ਵੀ ਮਾਣਦੇ ਹਾਂ, ਵਰਤਦੇ ਵੀ ਹਾਂ। ਜਿਵੇਂ ਰੁੱਖਾਂ ਨੂੰ ਵਰਤਦੇ ਹਾਂ, ਰੁੱਖਾਂ ਨੂੰ ਵਰਤਣਾ, ਛਾਂ ਦੇ ਵਿੱਚ ਬਹਿਣਾ, ਰੁੱਖਾਂ ਨੂੰ ਵਰਤਣਾ, ਰੁੱਖ ਤੋਂ ਬਾਲਣ ਵੀ ਲੈ ਲੈਣਾ, ਬਾਲਣ ਦੇ ਨਾਲ ਭੋਜਨ ਪ੍ਰਸ਼ਾਦਾ ਵੀ ਬਣਦਾ। ਸਰਦੀ ਦੇ ਵਿੱਚ, ਠੰਡ ਦੇ ਵਿੱਚ ਅੱਗ ਨੂੰ ਸੇਕਿਆ ਵੀ ਜਾਂਦਾ। ਅੱਗ ਹੋਰ ਬਹੁਤ ਸਾਰੇ ਕੰਮ ਸਵਾਰਦੀ ਹੈ ਸਾਡੇ। ਇਸ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦੀ ਕੁਦਰਤ ਦੇ ਨਿਯਮਾਂ ਦੇ ਵਿੱਚ ਰਹਿ ਕਰਕੇ ਉਸ ਪਰਮਾਤਮਾ ਦੇ ਗੁਣ ਗਾਇਆ ਕਰ। ਗੁਣ ਗਾਵਤ ਰੈਣ ਬਿਹਾਣੀ, ਗੁਣ ਗਾਉਂਦਿਆਂ ਤੇਰੀ ਰਾਤ ਬੀਤ ਜਾਏ। ਭਾਵ ਪਰਮਾਤਮਾ ਨੂੰ ਯਾਦ ਕਰਦਿਆਂ ਤੈਨੂੰ ਨੀਂਦ ਆ ਜਾਏ ਅਤੇ ਜਦੋਂ ਅੱਖ ਖੁੱਲ੍ਹੇ ਉਦੋਂ ਵੀ ਪਰਮਾਤਮਾ ਦਾ ਧਿਆਨ ਹੀ ਤੇਰੀ ਦਿਮਾਗ ਦੇ ਵਿੱਚ ਹੋਵੇ। ਰਸਨਾ ਤੋਂ ਵਾਹਿਗੁਰੂ ਸ਼ਬਦ ਹੀ ਨਿਕਲੇ। ਕਬੀਰ ਸਾਹਿਬ ਨੇ ਕਿਹਾ ਨਾ, ਕਬੀਰ ਸੁਪਨੈ ਹੂੰ ਬਰੜਾਏ ਕੈ ਮੁਖ ਤੇ ਨਿਕਸਾ ਰਾਮ, ਤਾਕੇ ਪੱਗ ਕੀ ਪੰਨ ਹੀ ਮੇਰੇ ਤਨ ਕੋ ਚਾਮ। ਜੇ ਕੋਈ ਪਰਮਾਤਮਾ ਦਾ ਨਾਮ ਜਪਣ ਵਾਲੀ ਰੂਹ ਹੈ, ਬੰਦਗੀ ਹੈ ਕਿਸੇ ਸਰੀਰ ਦੀ, ਅਤੇ ਉਸ ਦੇ ਤਨ ਦੀ, ਵਾਹਿਗੁਰੂ ਉਸ ਦੇ ਪੈਰ ਦੀ ਜੁੱਤੀ ਮੇਰੇ ਤਨ ਦੇ ਚੰਮ ਦੀ ਬਣਾਈ ਜਾਵੇ। ਕਬੀਰ ਸਾਹਿਬ ਨੇ ਇੰਨਾ ਮਾਣ ਬਖਸ਼ਿਆ ਨਾਮ ਜਪਣ ਵਾਲਿਆਂ ਨੂੰ। ਅਤੇ ਸੰਗਤ ਜੀ, ਅੱਜ ਤਾਂ ਸਮਾਂ ਹੀ ਐਸਾ ਆ ਗਿਆ
ਜੇ ਕੋਈ ਨਾਮ ਜਪਦਾ, ਸੱਚ ਦੀ ਗੱਲ ਕਰਦਾ, ਧਰਮ ਦੀ ਗੱਲ ਕਰਦਾ, ਤੇ ਉਹਦੀ ਬਦਨਾਮੀ ਵੱਧ, ਉਹਦੇ ਪਿੱਛੇ ਚੱਲ ਪੈਣਗੇ ਵੀ ਇਹਨੂੰ ਆਹ ਨਹੀਂ ਸੀ ਕਹਿਣਾ ਚਾਹੀਦਾ, ਇਹਨੂੰ ਐ ਨਹੀਂ ਸੀ ਕਹਿਣਾ ਚਾਹੀਦਾ। ਭਾਵ ਆਪਣੇ ਜੀਵਨ ਨੂੰ ਨਹੀਂ ਸੁਧਾਰਨਾ ਤੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਹੈ। ਤੇ ਜਿਸ ਦਿਨ ਅਸੀਂ ਸੱਚ ਦੇ ਰਾਹ 'ਤੇ ਚੱਲ ਪਏ, ਸੱਚ ਨੂੰ ਸੱਚ, ਝੂਠ ਨੂੰ ਝੂਠ ਕਹਿਣਾ ਸ਼ੁਰੂ ਕਰ ਦਿੱਤਾ, ਉਸ ਦਿਨ ਸਮਝ ਲਓ ਅਸੀਂ ਇਨਸਾਨ ਬਣ ਗਏ, ਉਸ ਦਿਨ ਅਸੀਂ ਬੰਦੇ ਬਣ ਗਏ। ਬੰਦੇ ਸੇ ਜੇ ਪਵੈ ਵਿੱਚ ਬੰਦਗੀ। ਗੁਰੂ ਪਾਤਸ਼ਾਹ ਕਿਰਪਾ ਕਰਨ। ਅੱਜ ਦੇ ਪਾਵਨ ਪਵਿੱਤਰ ਅੰਗ 723 ਪਾਵਨ ਰਾਗ ਤਿਲੰਗ। ਤਿਲੰਗ ਰਾਗ ਦੇ ਵਿੱਚ ਪਾਵਨ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਰ ਤਾਲ ਦੇ ਪਹਿਲੇ ਘਰ ਵਿੱਚ ਇਹਨਾਂ ਪਾਵਨ ਸ਼ਬਦਾਂ ਨੂੰ ਉਚਾਰਨ ਕਰਦੇ ਹਨ। ਤਿਲੰਗ ਮਹੱਲਾ ਪੰਜਵਾ। ਘਰ ਪਹਿਲਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਖਾਕ ਨੂਰ ਕਰਦੰ ਆਲਮ ਦੁਨੀਆਏ। ਪਾਤਸ਼ਾਹ ਜੀ ਸਮਝਾਉਂਦੇ ਹਨ, ਇੱਕ ਓੰਕਾਰ ਭਾਵ ਪਰਮ ਪਿਤਾ ਪਰਮਾਤਮਾ ਇੱਕ ਸੀ ਹੈ ਅਤੇ ਸदैव ਉਸ ਇੱਕ ਨੇ ਰਹਿਣਾ। ਉਸ ਦਾ ਹੁਕਮ ਹੈ ਪ੍ਰਸਾਦ, ਸਤਿਗੁਰ ਸੱਚੇ ਗੁਰੂ ਦੀ ਸੰਗਤ ਕਰਨੀ ਤੇ ਪ੍ਰਸਾਦ ਭਾਵ ਉਸ ਅਕਾਲ ਪੁਰਖ ਦੀ ਕਿਰਪਾ, ਗੁਰੂ ਦੀ ਕਿਰਪਾ ਪ੍ਰਾਪਤ। ਖਾਕ ਨੂਰ ਕਰਦੰ ਆਲਮ ਦੁਨੀਆਏ। ਪਾਤਸ਼ਾਹ ਜੀ ਸਮਝਾਉਂਦੇ ਹਨ, ਕਹਿੰਦੇ ਭਾਈ ਖਾਕ ਤੋਂ ਭਾਵ ਹੈ ਜਿਵੇਂ ਖਾਕ ਮਿੱਟੀ, ਨੂਰ, ਨੂਰ ਤੋਂ ਭਾਵ ਜੋਤੀ ਜਿਵੇਂ ਆਤਮਾ, ਕਰਦੰ ਤੋਂ ਭਾਵ ਹੈ ਬਣਾ ਦੇਣਾ, ਆਲਮ ਕਹਿੰਦੇ ਨੇ ਜਹਾਨ। ਪਾਤਸ਼ਾਹ ਸਮਝਾਉਂਦੇ ਨੇ ਚੇਤਨ ਜੋਤ ਅਤੇ ਅਚੇਤਨ ਮਿੱਟੀ ਮਿਲਾ ਕੇ ਪਰਮਾਤਮਾ ਨੇ ਇਹ ਜਗਤ, ਇਹ ਜਹਾਨ ਬਣਾ ਦਿੱਤਾ। ਅਸਮਾਨ ਜ਼ਮੀਨ ਦਰਖਤ ਆਬ ਪੈਦਾਇਸ਼ ਖੁਦਾਏ। ਤਸ ਅੱਗੇ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਵੇਂ ਜਿਵੇਂ ਧਰਤੀ, ਦਰਖਤ ਤੋਂ ਭਾਵ ਹੈ ਰੁੱਖ, ਆਬ ਪਾਣੀ ਨੂੰ ਕਹਿੰਦੇ ਨੇ, ਜਿਵੇਂ ਪਾਣੀ ਦੇ ਕਈ ਨਾਮ ਨੇ, ਜਲ, ਨੀਰ, ਪਾਣੀ, ਹੋਰ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਬਹੁਤ ਸਾਰੇ ਨਾਮ ਨੇ। ਤਾਂ ਪਾਤਸ਼ਾਹ ਕਹਿੰਦੇ ਪੈਦਾਇਸ਼ ਖੁਦਾਏ ਭਾਵ ਉਸ ਪਰਮਾਤਮਾ ਦੀ ਹੀ ਰਚਨਾ ਹੈ, ਪੈਦਾ ਉਸਨੇ ਹੀ ਕੀਤਾ ਹੈ। ਕਹਿੰਦੇ ਅਸਮਾਨ, ਧਰਤੀ, ਰੁੱਖ, ਪਾਣੀ ਆਦਿਕ ਇਹ ਸਭ ਕੁਝ ਪਰਮਾਤਮਾ ਦੀ ਹੀ ਰਚਨਾ ਹੈ। ਬੰਦੇ ਚਸ਼ਮ ਦੀਦੰ ਫਨਾਏ। ਆ ਬੰਦੇ, ਆ ਮਨੁੱਖ, ਇਸ ਗੱਲ ਵੱਲ ਜਰਾ ਗੌਰ ਕਰ, ਧਿਆਨ ਦੇ। ਚਸ਼ਮ ਦੀਦੰ ਭਾਵ ਇਹ ਅੱਖਾਂ ਦੇ ਨਾਲ, ਇਹ ਦੀਦਿਆਂ ਦੇ ਨਾਲ ਜੋ ਤੂੰ ਵੇਖ ਰਿਹਾ ਨਾ, ਇਹ ਸਭ ਕੁਝ ਫਨਾ ਹੋਣਾ। ਪਹਿਲਾਂ ਵੀ ਇਹ ਫਨਾ ਵਿਨਾਸ਼ ਹੁੰਦਾ ਆਇਆ ਤੇ ਅਗਾਂਹ ਵੀ ਇਹ ਸਾਰਾ ਕੁਝ ਫਨਾ ਹੋਣਾ, ਵਿਨਾਸ਼ ਹੋਣਾ। ਜੋ ਤੂੰ ਅੱਜ ਵੇਖ ਰਿਹਾ ਨਾ, ਆਪਾਂ ਕਈ ਦਫਾ ਕੀ ਹੁੰਦਾ ਬਾਹਰ ਕਿਤੇ ਯਾਤਰਾ 'ਤੇ ਸਾਲ ਦੀ ਸਾਲ ਜਾਈਏ ਜਾਂ ਅੱਜ ਜਾ ਕਰਕੇ ਆ ਗਏ ਅਤੇ ਫਿਰ ਆਪਾਂ ਕਈ ਸਾਲਾਂ ਬਾਅਦ ਜਾਈਏ, ਉੱਥੋਂ ਕਾਫੀ ਕੁਝ ਬਦਲਿਆ ਹੁੰਦਾ। ਕੁਝ ਰੁੱਖ ਨਹੀਂ ਹੁੰਦੇ, ਕੁਝ ਪਹਾੜ ਨਹੀਂ ਹੁੰਦੇ, ਕੁਝ ਉੱਥੋਂ ਥਾਵਾਂ ਨੂੰ ਬਦਲ ਦਿੱਤਾ ਜਾਂਦਾ, ਉੱਥੇ ਬਿਲਡਿੰਗਾਂ ਬਣ ਜਾਂਦੀਆਂ ਨੇ। ਆਪਣੇ ਵੇਖਦੇ ਹਾਂ ਬੜਾ ਕੁਝ ਤਬਦੀਲ ਹੋ ਜਾਂਦਾ ਅਤੇ ਆਪਾਂ ਸੁਭਾਵ ਕੀ ਕਹਿ ਦਿੰਦੇ ਹਾਂ, ਨਾ ਪਹਿਲਾਂ ਤਾਂ ਇੱਥੇ ਬੜਾ ਕੁਝ ਸੀ, ਬੜੇ ਇੱਥੇ ਰੁੱਖ ਸੀ, ਬੜੀਆਂ ਝਾੜੀਆਂ ਸੀ, ਬੜੇ ਟਿੱਬੇ ਸੀ, ਪਰ ਅੱਜ ਸਾਰਾ ਕੁਝ ਖਤਮ ਹੈ। ਭਾਵ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਫਨਾਏ, ਸਭ ਕੁਝ ਫਨਾ ਹੋ ਜਾਣਾ ਅਤੇ ਜਦੋਂ ਸਭ ਕੁਝ ਫਨਾ ਹੋ ਜਾਣਾ ਫਿਰ ਉਹਦੇ ਵਿੱਚ ਤੂੰ ਵੀ ਵਸ ਰਿਹਾ।
ਇਹ ਜਗਤ ਬ੍ਰਹਿਮੰਡ ਸੰਸਾਰ ਸਭ ਕੁਝ ਫਨਾ ਨਾਸ ਹੋਣ ਵਾਲਾ ਏ, ਤੇ ਨਾਸ ਤੂੰ ਵੀ ਹੋਏਗਾ ਫਿਰ। ਇਸ ਕਰਕੇ ਸੱਜਣਾ ਤਿਆਰੀ ਕਰ ਲੈ। ਜੇ ਤੂੰ ਕਿਤੇ ਯਾਤਰਾ ਜਾਣਾ ਏ ਤੇ ਬਹੁਤ ਸਾਰੀਆਂ ਤਿਆਰੀਆਂ, ਦਵਾਈਆਂ, ਕੱਪੜਾ ਲੀੜਾ ਨਾਲ ਚੁੱਕ ਤੁਰਦਾ ਹੈ ਵੀ ਅੱਗਾ ਮੈਨੂੰ ਲੋੜ ਪੈਣੀ ਹੈ ਤੇ ਮੈਨੂੰ ਪਰੇਸ਼ਾਨ ਨਾ ਹੋਣਾ ਪਵੇ। ਤੇ ਪਰ ਅੱਜ ਜੇ ਤੂੰ ਇਸ ਜੀਵਨ ਦੇ ਵਿੱਚ ਯਾਤਰਾ ਕਰ ਰਿਹਾ ਨਾ ਇਸ ਲੋਕ ਦੇ ਵਿੱਚ, ਤੇ ਪਰਲੋਕ ਦੀ ਵੀ ਤਿਆਰੀ ਕਰ। ਜਾਣਾ ਏ ਤੂੰ ਪਰਲੋਕ, ਪਰ ਗੱਲ ਇਹ ਹੈ ਚੇਤੇ ਰੱਖ ਉਸ ਪਰਮਾਤਮਾ ਦੇ, ਖਲਕਤ ਦੇ ਮਾਲਕ ਨੂੰ। ਉਸਨੇ ਇੱਕ ਦਿਨ ਇਹ ਸਾਰਾ ਕੁਝ ਫਿਰ ਮਿਟਾ ਦੇਣਾ ਹੈ। ਇੱਕ ਉਸ ਆਪ ਖੁਦ ਕਰਤਾਰ ਨੇ ਰਹਿ ਜਾਣਾ, ਬਾਕੀ ਸਭ ਕੁਝ ਫਿਰ ਫਨਾ ਹੋ ਜਾਣਾ ਹੈ। ਤਾਂ ਫਿਰ ਪਾਤਸ਼ਾਹ ਜੀ ਅੱਗੇ ਸਮਝਾਉਂਦੇ ਹਨ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਈ। ਮੁਰਦਾਰ ਤੋਂ ਭਾਵ ਹੁੰਦਾ ਹਰਾਮ ਖਾਣਾ। ਆਪਾਂ ਕਹਿੰਦੇ ਨਾ ਵੀ ਫਲਾਂ ਬੰਦਾ ਤੇ ਮੁਰਦਾਰੀ ਹੈ, ਮੁਰਦਾਰ ਖਾਂਦਾ ਹੈ, ਭਾਵ ਕਿਸੇ ਦਾ ਹੱਕ ਖਾਣਾ। ਗੁਰੂ ਸਾਹਿਬ ਨੇ ਵਰਜਿਆ ਸਾਨੂੰ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੈ, ਜਾ ਮੁਰਦਾਰ ਨਾ ਖਾਏ। ਮੁਰਦਾਰ ਤੋਂ ਭਾਵ ਕਿਸੇ ਗਲੇ ਹੋਏ ਪਸ਼ੂ ਦਾ ਮਾਸ ਖਾਣਾ। ਜੇ ਤੂੰ ਪਰਾਇਆ ਹੱਕ ਖਾਨਾ, ਮੰਨ ਲਓ ਇੱਕ ਮਜ਼ਦੂਰ ਮਜ਼ਦੂਰੀ ਕਰਦਾ ਹੈ, ਮਜ਼ਦੂਰੀ ਉਸ ਦੀ 400 ਰੁਪਈਆ ਹੈ ਤੇ ਤੂੰ ਉਸ ਨੂੰ 300 ਰੁਪਏ ਮਜ਼ਦੂਰੀ ਦੇ ਕੇ ਕਹਿ ਦਿੱਤਾ 100 ਰੁਪਈਆ ਮੇਰੇ ਤੋਂ ਫੇਰ ਲੈ ਜਾਈ, ਖੁੱਲ੍ਹਾ ਨਹੀਂ। ਜੇਕਰ ਉਹ ਤੇਰੇ ਘਰ ਕਈ ਗੇੜੇ ਮਾਰਦਾ 100 ਰੁਪਈਏ ਦੇ ਖਾਤਰ, ਤੇ ਅਕਸਰ ਤੂੰ ਮੋੜ ਕੇ ਕਹਿ ਦਿੱਤਾ ਕੀ 100 ਰੁਪਈਏ ਦੀ ਗੱਲ ਹੈ, ਤੂੰ ਤੇ ਯਾਰ ਘਰ ਖਾਣ ਵਾਲਾ ਕਰ ਲਿਆ, ਤੇਰਾ 100 ਰੁਪਈਆ ਦੱਬਦੇ ਆ। ਭਾਵ ਸੰਗਤ ਜੀ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਇਹ ਮੁਰਦਾਰ ਖਾਣਾ। ਕਿਸੇ ਚਾਹੇ ਕੋਈ ਗਰੀਬ ਅਮੀਰ ਦਾ ਹੱਕ ਖਾ ਰਿਹਾ ਹੈ। ਉਦਾਹਰਣ ਵਜੋਂ ਕਹਿ ਲਓ ਵੀ ਕਿਸੇ ਗਰੀਬ ਨੇ ਕਿਸੇ ਮਜ਼ਦੂਰ ਦੇ ਜਾਣਾ, ਕਿਸੇ ਅਮੀਰ ਦੇ ਜਾਣਾ ਕਰ ਲਿਆ। ਦਿਹਾੜੀ ਦੀ ਗੱਲ ਹੈ, 500 ਰੁਪਏ ਦਿਹਾੜੀ ਚੱਲਦੀ ਹੈ, ਲੋੜ ਸੀ 2 ਦਿਹਾੜੀਆਂ ਦੇ ਲੈ ਲਏ। ਉਸ ਤੋਂ ਬਾਅਦ ਉਹ ਦਿਹਾੜੀ 'ਤੇ ਬੁਲਾ ਰਿਹਾ ਤੇ ਉਹ ਨਹੀਂ ਜਾ ਰਿਹਾ, ਤੇ ਨਾਲ ਇਹ ਕਹਿ ਦਿੰਦਾ ਤੇਰੇ ਕੋਲ ਤੇ ਬੜਾ ਕੁਝ ਹੈ, ਕੀ ਫਰਕ ਪੈਂਦਾ ਹੈ ਜੇ ਮੈਨੂੰ ਤੂੰ 150 ਜਾਏ 500-400 ਰੁਪਈਆ ਛੱਡ ਦੇਵੇਂਗਾ। ਤੇ ਗੱਲਾਂ ਦੋਨੋਂ ਹੀ ਨੇ। ਗੁਰੂ ਪਾਤਸ਼ਾਹ ਕਹਿੰਦੇ ਜੇ ਅਮੀਰ ਕਿਸੇ ਗਰੀਬ ਦਾ ਖਾਏ ਤਾਂ ਵੀ ਮਾੜਾ, ਤੇ ਜੇ ਕੋਈ ਗਰੀਬ ਜਾਣ ਬੁੱਝ ਕੇ ਕਿਸੇ ਅਮੀਰ ਦਾ ਦੱਬੇ ਜਾਂ ਖਾਵੇ ਤਾਂ ਵੀ ਗੱਲ ਉੱਥੇ ਮੁਰਦਾਰ ਖਾਣਾ ਹੀ ਹੈ। 2 ਧਰਮਾਂ ਦੀ ਗੱਲ ਕੀਤੀ। ਮੁਸਲਮਾਨ ਵੀਰ ਸੂਰ ਨੂੰ ਮੰਨਦੇ ਆ ਆਪਣਾ ਧਾਰਮਿਕ, ਜਿਵੇਂ ਆਪਣੇ ਹਿੰਦੂ ਲੋਕ ਨੇ ਗਊ ਨੂੰ ਮਾਤਾ ਸਮਝਦੇ ਆ, ਇਸੇ ਤਰ੍ਹਾਂ ਮੁਸਲਿਮ ਸੂਰ ਨੂੰ ਸਮਝਦੇ ਆ। ਤੇ ਪਾਤਸ਼ਾਹ ਸਮਝਾਉਣ ਲੱਗੇ, ਕਹਿੰਦੇ ਜੇ ਤੂੰ ਪਰਾਏ ਹੱਕ ਖਾਨਾ ਹੈ, ਦੂਸਰੇ ਦੀ ਮਿਹਨਤ ਮਾਰਦਾ ਹੈ, ਤੇ ਫਿਰ ਜਿਵੇਂ ਹਿੰਦੂ ਨੇ ਗਾਂ ਖਾ ਲਈ, ਮੁਸਲਮਾਨ ਨੇ ਸੂਰ ਖਾ ਲਿਆ। ਤੇ ਜੇਕਰ ਤੂੰ ਇਸ ਤਰ੍ਹਾਂ ਦਾ ਜੀਵਨ ਜਿਉ ਰਿਹਾ ਹੈ ਤੇ ਆਪਣੇ ਗੁਰੂ ਪੀਰ ਤੋਂ ਬੇਮੁਖ ਹੈ, ਤਾਂ ਫਿਰ ਮੁਰਦਾਰ ਭਾਵ ਗਲੇ ਹੋਏ ਪਸ਼ੂਆਂ ਦਾ ਮਾਸ ਖਾਣ ਦੇ ਸਮਾਨ ਹੈ। ਹੁਣ ਸ਼ਬਦ ਜ਼ਰੂਰ ਕੌੜਾ ਏ, ਪਰ ਸੰਗਤ ਜੀ ਜਿਹਦਾ ਜੀਵਨ ਬਦਲੇਗਾ ਉਹਦੇ ਵਾਸਤੇ ਇਹ ਬੜਾ ਮਿੱਠਾ ਸ਼ਬਦ ਹੈ, ਉਹਨੂੰ 84 ਦੇ ਗੇੜ 'ਚੋਂ ਬਚਾਏਗਾ। ਗੁਰਬਾਣੀ ਕੇਵਲ ਮੱਥਾ ਟੇਕਣ ਦਾ ਵਿਸ਼ਾ ਨਹੀਂ, ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਸਵਾਰ ਲੈਣਾ, ਚੰਗੇ ਰਾਹ 'ਤੇ ਚੱਲ ਪੈਣਾ, ਚੰਗੀ ਮੱਤ ਅਕਲ ਦੀ ਗੱਲ ਕਰਨੀ। ਇਹ ਇਕੱਲੀਆਂ ਬਿਲਡਿੰਗਾਂ ਇਮਾਰਤਾਂ ਬਣਾਉਣ ਦੇ ਨਾਲ ਪਿੰਡ ਦਾ ਭਲਾ ਨਹੀਂ ਹੋ ਜਾਂਦਾ। ਪਿੰਡ ਵਾਲੇ ਇਹ ਇਮਾਰਤਾਂ ਦੇ ਵਿੱਚ ਆ ਕੇ ਬਹਿਣ, ਗੁਰਮਤਿ ਨੂੰ ਸੁਣਨ, ਆਪਣੇ ਜੀਵਨ ਵਿੱਚ ਧਾਰਨ ਕਰਨ, ਤਾਂ ਸੰਗਤ ਜੀ ਰੂਹ ਦਾ ਭਲਾ ਹੈ, ਆਤਮਾ ਦਾ ਭਲਾ ਹੈ, ਨਗਰ ਦਾ ਭਲਾ ਹੈ। ਤਾਂ ਪਾਤਸ਼ਾਹ ਜੀ ਸਮਝਾ ਰਹੇ ਨੇ, ਕਹਿੰਦੇ ਭਾਈ ਗੈਵਾਨ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ।
ਪਾਤਸ਼ਾਹ ਕਹਿਣ ਲੱਗੇ, ਪਰ ਦੁਨੀਆ ਮਾਇਆ ਦੇ ਲਾਲਚ ਵਿੱਚ ਪਰਮਾਤਮਾ ਵੱਲੋਂ ਭੁੱਲੀ ਹੋਈ ਹੈ। ਲਾਲਚ ਇਤਨਾ ਵਧਿਆ ਪਿਆ ਕਿ ਪਰਮਾਤਮਾ ਨੂੰ ਹੀ ਭੁਲਾ ਛੱਡਿਆ, ਤੇ ਭੁੱਲੇ ਹੋਏ ਫਿਰ ਕੀ ਕਰਦੇ ਨੇ? ਹਰਾਮ ਖਾਂਦੇ ਨੇ, ਪਰਾਇਆ ਹੱਕ ਖੋਹਦੇ ਨੇ। ਤੇ ਗੁਰੂ ਰਾਮਦਾਸ ਜੀ ਦਾ ਇਹ ਹੁਕਮ ਹੈ ਵੀ ਜਦੋਂ ਵੀ ਤੇਰੇ ਕੋਈ ਮਿਹਨਤ ਮਸ਼ੱਕਤ ਕਰਨ ਵਾਲਾ ਏ, ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੇ ਹੱਥ ਵਿੱਚ ਉਹਦੀ ਮਿਹਨਤ ਧਰ ਦੇ, ਤੇਰੇ ਕੰਮ ਦੇ ਵਿੱਚ ਬਰਕਤ ਪਏਗੀ। ਜੇ ਹੁਣ ਇੱਥੇ ਸਾਰਾ ਦਿਨ ਕੋਈ ਪਸੀਨਾ ਬਹਾਉਂਦਾ ਰਿਹਾ, ਮਹੀਨਾ ਭਰ ਕੋਈ ਮਿਹਨਤ ਮਸ਼ੱਕਤ ਕਰਦਾ ਰਿਹਾ, ਤੇ ਆਪਦੀ ਆਤਮਾ ਹੀ ਖੁਸ਼ ਨਾ ਹੋਈ, ਫਿਰ ਤੇਰਾ ਜੋ ਵੀ ਤੂੰ ਕਰਵਾਇਆ ਉਹ ਤੇਰਾ ਕਿਸੇ ਕੰਮ ਦਾ ਨਹੀਂ। ਤਾਂ ਪਾਤਸ਼ਾਹ ਜੀ ਜੋ ਸਮਝਾਉਂਦੇ ਨੇ ਸਾਡੇ ਭਲੇ ਹਿੱਤ, ਜਿਵੇਂ ਪਿਤਾ ਆਪਣੇ ਪੁੱਤਰ ਨੂੰ ਕਹਿੰਦਾ, ਪੁੱਤਰਾ ਉਲਾਂਭਾ ਘਰੇ ਲੈ ਕੇ ਨਾ ਆਈ, ਮੇਰੀ ਸ਼ਾਨ ਦੇ ਖਿਲਾਫ ਹੈ, ਤੇਰੇ ਦਾਦੇ ਪੜਦਾਦਿਆਂ ਦੀ ਪੱਗ ਨੂੰ ਲਾਜ ਲੱਗਣੀ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਸਮਝਾਉਂਦੇ ਨੇ, ਤੁਹਾਡੇ ਗੁਰੂ ਪਿਤਾ ਦੇ ਉਪਦੇਸ਼ ਨੂੰ ਜੀਵਨ ਵਿੱਚ ਪਾਲਿਓ ਤੇ ਉਲਾਂਭੇ ਵਾਲਾ ਕੰਮ ਨਾ ਕਰਿਓ। ਤੁਸੀਂ ਮੇਰੇ ਸਿੱਖ ਹੋ, ਤੁਸੀਂ ਮੇਰੇ ਪੁੱਤ ਹੋ, ਤੁਸੀਂ ਮੇਰੇ ਭਾਈ ਹੋ, ਤੁਸੀਂ ਮੇਰੇ ਸਖਾ ਬੰਧਪ, ਸਾਰਾ ਕੁਝ ਤੁਸੀਂ ਹੋ। ਤੇ ਪਾਤਸ਼ਾਹ ਜੀ ਫਿਰ ਸਮਝਾਉਂਦੇ ਹਨ, ਗੈਵਾਨ ਹੈਵਾਨ ਹਰਾਮ ਕੁਸ਼ਤਨੀ ਮੁਰਦਾਰ ਬਖੁਰਾਏ। ਗੈਵਾਨ ਭਾਵ ਨਾ ਦਿਸਣ ਵਾਲੇ ਭੂਤ ਪ੍ਰੇਤ, ਹੈਵਾਨ, ਹੈਵਾਨ ਤੋਂ ਭਾਵ ਹੁੰਦਾ ਪਸ਼ੂ। ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਕੁਸ਼ਤਨੀ, ਕੁਸ਼ਤਨੀ ਜਿਵੇਂ ਮਾਰਨ ਵਾਲੀ, ਬਖੁਰਾਏ ਭਾਵ ਜਿਵੇਂ ਕੁਝ ਖਾਣਾ। ਪਾਤਸ਼ਾਹ ਕਹਿੰਦੇ ਗਾਫਲ ਮਨੁੱਖ ਭੂਤਾਂ ਪ੍ਰੇਤਾਂ ਪਸ਼ੂਆਂ ਵਾਂਗ ਹਰਾਮ ਹੀ ਖਾਂਦਾ ਰਹਿੰਦਾ। ਦੇਖੋ ਸੰਗਤ ਜੀ, ਗੁਰੂ ਪਾਤਸ਼ਾਹ ਨੇ ਇਹ ਵੀ ਲਿਖਿਆ, ਕਹਿੰਦੇ ਪਾਪਾਂ ਵਾਜੋ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਇਹ ਮਾਇਆ ਬੇਈਮਾਨੇ ਤੇ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ, ਤੇ ਜਦੋਂ ਮਰੇਗਾ ਉਦੋਂ ਇਹਨੇ ਨਾਲ ਨਹੀਂ ਜਾਣਾ। ਭਾਵੇਂ ਕੋਈ ਕਿਤਨਾ ਵੀ ਕਹੇ ਵੀ ਮੈਂ ਤੇ ਬਿਲਕੁਲ ਆਪਣੇ ਹੱਕ ਦੀ ਖਾਨਾ, ਪਰ ਕਿਤੇ ਨਾ ਕਿਤੇ, ਕਿਤੇ ਨਾ ਕਿਤੇ, ਕਿਵੇਂ ਨਾ ਕਿਵੇਂ, ਕਿਸੇ ਨਾ ਕਿਸੇ ਢੰਗ ਨਾਲ ਥੋੜ੍ਹਾ ਬਹੁਤਾ ਕਿਸੇ ਨਾ ਕਿਸੇ ਦਾ ਹੱਕ ਹਰ ਇੱਕ ਦੇ ਘਰ ਆ ਜਾਂਦਾ ਹੈ। ਕਿਸੇ ਦੀ ਗੱਲ ਨਾ ਕਰੀਏ, ਸਾਡੇ ਆਪਣੇ ਜੀਵਨ ਦੀ ਗੱਲ ਕਰ ਲਈਏ। ਅਸੀਂ ਨਗਰ ਦੇ ਵਿੱਚੋਂ ਆਇਆ ਹੋਇਆ ਖਾਂਦੇ ਹਾਂ। ਕਿਸੇ ਨੇ ਦੁੱਧ ਪਾਇਆ ਹੈ, ਕਿਸੇ ਨੇ ਦਾਲ ਪਾਈ ਹੈ, ਕਿਸੇ ਨੇ ਸਬਜ਼ੀ ਪਾਈ ਹੈ, ਕਿਸੇ ਨੇ ਫੁਲਕਾ ਭੇਜਿਆ, ਕਿਸੇ ਨੇ ਅਰਦਾਸ ਕਰਵਾਈ ਹੈ, ਮਾਇਆ ਭੇਜੀ ਹੈ। ਪਰ ਜੇਕਰ ਅਸੀਂ ਇੱਥੇ ਬਹਿ ਕਰਕੇ ਸਿਮਰਨ ਨਹੀਂ ਕਰਾਂਗੇ, ਸੇਵਾ ਨਹੀਂ ਕਰਾਂਗੇ, ਇਸ ਤਰ੍ਹਾਂ ਖਾਵਾਂਗੇ, ਤੇ ਸਾਡੇ ਵਾਸਤੇ ਉਹ ਹਰਾਮ ਖਾਣਾ ਹੈ। ਜੇ ਅਸੀਂ ਇਸ ਸਥਾਨ ਦੀ ਸੇਵਾ ਸੰਭਾਲ ਸਹੀ ਟਾਈਮ ਤੇ ਸਹੀ ਢੰਗ ਨੀਤ ਨਾਲ ਕਰ ਰਹੇ ਹਾਂ, ਤਾਂ ਸੰਗਤ ਜੀ ਇਉਂ ਸਮਝੋ ਵੀ ਫਿਰ ਉਹ ਸਾਡੇ ਵਾਸਤੇ ਹਲਾਲ ਹੈ। ਭਾਵ ਕੁਝ ਕਰਕੇ ਖਾਣਾ ਮਾੜੀ ਗੱਲ ਨਹੀਂ, ਤੇ ਵਿਹਲੇ ਬਹਿ ਕੇ ਖਾਣਾ ਉਹ ਹਰਾਮ ਖਾਣਾ ਕਿਹਾ ਜਾਏਗਾ। ਤਾਂ ਪਾਤਸ਼ਾਹ ਜੀ ਸਮਝਾ ਰਹੇ ਨੇ, ਕਹਿੰਦੇ ਭਾਈ ਫਿਰ ਇਹ ਮਨੁੱਖ ਗਾਫਲ ਹੈ, ਭੂਤਾਂ ਪ੍ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਖਾਂਦਾ ਰਹਿੰਦਾ। ਹੱਕ ਵਾਲੇ ਪਾਸੇ ਧਿਆਨ ਘੱਟ ਹੈ ਤੇ ਹਰਾਮ ਵਾਲੇ ਪਾਸੇ ਜ਼ਿਆਦਾ ਹੈ। ਹਲਾਲ ਘੱਟ ਹੈ, ਹਰਾਮ ਜ਼ਿਆਦਾ ਹੈ। ਤਾਂ ਫਿਰ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ, ਦਿਲ ਕਬਜ ਕਬਜਾ ਕਾਦਰ ਦੋਜਕ ਸਜਾਏ। ਪਾਤਸ਼ਾਹ ਕਹਿੰਦੇ ਨੇ ਇਸ ਦਿਲ ਉੱਤੇ ਮਾਇਆ ਦਾ ਮੁਕੰਮਲ ਕਬਜ਼ਾ ਹੋਇਆ ਪਿਆ। ਪਰਮਾਤਮਾ ਇਸ ਨੂੰ ਦੋਜਕ ਦੀ ਫਿਰ ਸਜ਼ਾ ਦਿੰਦਾ। ਦੋਜਕ ਤੋਂ ਭਾਵ ਬੜੀਆਂ ਭੈੜੀਆਂ ਸਜ਼ਾਵਾਂ ਮਿਲਦੀਆਂ ਨੇ। ਭੈੜੀਆਂ ਸਜ਼ਾਵਾਂ ਭਾਵ ਸਰੀਰ ਨੂੰ ਕੋਈ ਐਸਾ ਰੋਗ ਲੱਗ ਜਾਣਾ ਜਿਹਦੀ ਦਵਾਈ ਵੀ ਕੋਈ ਕੰਮ ਨਹੀਂ ਕਰਦੀ, ਇਹ ਦੋਜਕ ਹੈ। ਬੰਦਾ ਇੰਨਾ ਦੁਖੀ ਹੋਇਆ, ਮੌਤ ਮੰਗਦਾ ਤੇ ਮੰਗਿਆ ਮੌਤ ਨਹੀਂ ਮਿਲਦੀ, ਇਹ ਦੋਜਕ ਹੈ। ਘਰ ਪਰਿਵਾਰ ਦੇ ਵਿੱਚ ਆਪਣੇ ਬੱਚੇ ਹੀ ਰੋਟੀ ਨਾ ਦੇਣ, ਪੱਕੀ ਹੋਈ ਰੋਟੀ ਥਾਲ ਦੇ ਵਿੱਚ ਤੇ ਪਈ ਹੈ ਪਰ ਖਾ ਨਹੀਂ ਸਕਦਾ, ਇਹ ਦੋਜਕ ਦੀ ਹੀ ਸਜ਼ਾ ਹੈ। ਪਾਤਸ਼ਾਹ ਕਹਿੰਦੇ ਤਨ ਵਿੱਚ ਜਾਨ ਸੀ ਉਦੋਂ ਨੇਕੀਆਂ ਚੰਗਿਆਈਆਂ ਨਹੀਂ ਕੀਤੀਆਂ, ਪਰਮਾਤਮਾ ਦਾ ਨਾਮ ਨਹੀਂ ਸੁਣਿਆ, ਬੰਦਗੀ ਨਹੀਂ ਕੀਤੀ, ਤੇ ਪਰ ਜਦੋਂ
ਸਮਾਂ ਬੀਤ ਗਿਆ, ਉਦੋਂ ਬੰਦਗੀ ਕਰਨੀ ਚਾਹੀ, ਉਦੋਂ ਸਰੀਰ ਨੇ ਸਾਥ ਨਾ ਦਿੱਤਾ, ਉਦੋਂ ਸਰੀਰ ਨਾਲ ਨਾ ਰੁਕਿਆ। ਤਾਂ ਪਾਤਸ਼ਾਹ ਜੀ ਅੱਗੇ ਸਮਝਾਉਂਦੇ ਨੇ, ਬਾਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਨਾਏ। ਬਲੀ ਨਿਆਮਤ ਭਾਵ ਨਿਆਮਤਾਂ ਦੇਣ ਵਾਲਾ ਉਹ ਪਿਤਾ ਪਰਮਾਤਮਾ। ਬਿਰਾਦਰਾ ਤੋਂ ਭਾਵ ਹੁੰਦਾ ਭਰਾ, ਜਿਵੇਂ ਬਰਾਦਰ ਕਹਿੰਦੇ ਨੇ। ਮਿਲਕ ਤੋਂ ਭਾਵ ਜਾਇਦਾਦ। ਖਨਾਏ, ਖਨਾਏ ਦਾ ਅਰਥ ਹੈ ਘਰ। ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿੰਦੇ ਉਦੋਂ ਫਿਰ ਪਾਲਣ ਵਾਲਾ ਪਿਓ ਭਰਾ, ਦਰਬਾਰ ਜਿਵੇਂ ਘਰ, ਜਾਇਦਾਦ, ਇਹ ਸਾਰਾ ਕੁਝ। ਜਬ ਅਜਰਾਇਲ ਬਸਤਨੀ ਤਬ ਚੇਕਾਰੇ ਬਿਦਾਏ। ਬਸਤਨੀ ਤੋਂ ਭਾਵ ਉਸ ਕਾਲ ਨੇ, ਮੌਤ ਦੇ ਫਰਿਸ਼ਤੇ ਨੇ ਤੈਨੂੰ ਬੰਨ੍ਹ ਲੈਣਾ। ਬੰਨ੍ਹ ਕੇ ਚੇਕਾਰੇ ਅੱਗੇ ਲਾ ਲੈਣਾ, ਤੇ ਫਿਰ ਇਹ ਸਾਰੇ ਜਿਹੜੇ ਤੇਰੇ ਸਖੇ ਸੰਬੰਧੀ ਸੀ, ਇਹ ਤੈਨੂੰ ਉਸ ਤੋਂ ਛੁਡਾ ਨਹੀਂ ਸਕਣਗੇ। ਤਾਂ ਪਾਤਸ਼ਾਹ ਕਹਿੰਦੇ ਇਹ ਸਾਰੇ ਜਗਤ ਤੋਂ ਵਿਦਾ ਹੋਣ ਵੇਲੇ ਕਿਸ ਕੰਮ ਆਉਣਗੇ? ਜਦੋਂ ਮੌਤ ਦਾ ਫਰਿਸ਼ਤਾ ਆ ਕੇ ਤੈਨੂੰ ਬੰਨ੍ਹ ਲਏਗਾ। ਕਿਸੇ ਨੇ ਨਹੀਂ ਛੁਡਾਉਣਾ। ਉਦੋਂ ਫਿਰ ਤੇਰੇ ਕਰਮ ਹੀ ਤੇਰਾ ਸਾਥ ਦੇਣਗੇ। ਜੇ ਤੂੰ ਜੀਵਨ ਵਿੱਚ ਚੰਗੇ ਕੀਤੇ, ਪੁੰਨਦਾਨ ਕੀਤਾ, ਭਜਨ ਸਿਮਰਨ ਬੰਦਗੀ ਕੀਤੀ, ਤਾਂ ਪਾਤਸ਼ਾਹ ਕਹਿੰਦੇ ਹਵਾਲ ਮਾਲੂਮ ਕਰਦੰ ਪਾਕ ਅੱਲਾਹ। ਪਵਿੱਤਰ ਪ੍ਰਮਾਤਮਾ ਤੇਰੇ ਦਿਲ ਦਾ ਸਾਰਾ ਹਾਲ ਜਾਣਦਾ ਹੈ। ਬੁਗੋ ਨਾਨਕ ਅਰਦਾਸ ਪੇਸ ਦਰਵੇਸ ਬੰਦਾ। ਅੰਤਿਮ ਪੰਕਤੀ ਵਿੱਚ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ, ਅਰਦਾਸ ਬੇਨਤੀ ਦਾ ਸਮਾਂ ਹੋਇਆ, ਆਪਾਂ ਸਾਰੇ ਆਨੰਦ ਸਾਹਿਬ ਦਾ ਪਾਠ ਕਰੀਏ। ਅੰਤਿਮ ਪੰਕਤੀ ਵਿੱਚ ਪਾਤਸ਼ਾਹ ਕਹਿਣ ਲੱਗੇ, ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੇ ਦਰ 'ਤੇ ਅਰਦਾਸ ਕਰਿਆ ਕਰ ਕਿ ਮੈਨੂੰ ਮਾਇਆ ਦੀ ਹਵਸ, ਮਾਇਆ ਦੇ ਇਸ ਜੰਜਾਲ ਵਿੱਚ ਹੇ ਪਰਮਾਤਮਾ ਮੈਨੂੰ ਨਾ ਫਸਣ ਦੇ। ਕਿਰਪਾ ਕਰਕੇ ਮੇਰੀ ਰੱਖਿਆ ਕਰ ਲੈ। ਜੇ ਤੂੰ ਮੈਨੂੰ ਮਾਂ ਗਰਭ ਦੇ ਵਿੱਚ ਸੰਭਾਲ ਸਕਦਾ, ਮੇਰੀ ਰੱਖਿਆ ਕਰ ਸਕਦਾ, ਤੇ ਮੈਂ ਤੇ ਫਿਰ ਉਸੇ ਤਰ੍ਹਾਂ ਦਾ ਹੀ ਹਾਂ ਪਾਤਸ਼ਾਹ, ਭਾਵੇਂ ਮੈਂ ਸਰੀਰ ਕਰਕੇ ਵੱਡਾ ਹੋ ਗਿਆ ਹਾਂ। ਸੱਚੇ ਪਾਤਸ਼ਾਹ ਅਕਲ ਕਰਕੇ ਮੈਂ ਫਿਰ ਤੇਰੇ ਦਰ ਦਾ ਬੱਚਾ ਹੀ ਹਾਂ, ਛੋਟਾ ਹੀ ਹਾਂ, ਤੇ ਮੈਂ ਤੇਰੇ ਕਦੇ ਉਹਨਾਂ ਵੱਡਿਆਂ ਦੇ ਵਿੱਚ ਵੱਡਾ ਨਹੀਂ, ਮੈਂ ਛੋਟਾ ਹੀ ਹਾਂ, ਮੇਰੀ ਮੱਤ ਥੋੜ੍ਹੀ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅਸੀਂ ਔਗੁਣਾਂ ਦੇ ਨਾਲ ਭਰੇ ਹੋਏ ਹਾਂ। ਅੰਮ੍ਰਿਤ ਛਾ ਛੋੜ ਵਿਖੈ ਵਿਖ ਖਾਹੀ। ਅਸੀਂ ਸ਼ੁਭ ਗੁਣਾਂ ਨੂੰ ਛੱਡ ਕੇ ਔਗੁਣਾਂ ਦੇ ਵੱਸ ਪੈ ਕੇ ਈਰਖਾ, ਗੁੱਸਾ, ਇੱਕ ਦੂਸਰੇ ਦੇ ਨਾਲ ਭੇਦ ਭਾਵ, ਜਾਤ ਪਾਤ, ਊਚ ਨੀਚ, ਪਤਾ ਨਹੀਂ ਕਿਤਨੇ ਇਸ ਤਰ੍ਹਾਂ ਦੇ ਆਪਣੇ ਅੰਦਰ ਵਿਕਾਰ ਪਾਲੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਰੋਜ਼ ਪਾਣੀ ਪਾ ਰਹੇ ਹਾਂ। ਜਿਵੇਂ ਕਿਸੇ ਰੁੱਖ ਤੋਂ ਫਲ ਲੈਣਾ ਹੋਵੇ ਤੇ ਪਾਣੀ ਪਾਉਂਦੇ ਆ ਨਾ, ਆਪਾਂ ਨੂੰ ਖਾਦ ਦਿੰਦੇ ਆ। ਇਸੇ ਤਰ੍ਹਾਂ ਕਈ ਬੰਦੇ ਤੇ ਆਪਣੇ ਹੰਕਾਰ ਨੂੰ ਵਧਾਈ ਜਾਂਦੇ ਨੇ, ਪਾਣੀ ਪਾਈ ਜਾਂਦੇ ਨੇ। ਕੋਈ ਕੱਦਾ ਭਲਾ ਕੰਮ ਕਰ ਲਿਆ, ਮੇਰੇ ਵਰਗੇ ਦੋ ਬੰਦਿਆਂ ਨੇ ਕਹਿਤਾ ਵਾਹ ਬਈ ਵਾਹ, ਤੂੰ ਤੇ ਬੜਾ ਵਧੀਆ ਕੰਮ ਕਰਿਆ। ਫਿਰ ਉਹ ਆਪਣੇ ਉਸ ਹੰਕਾਰ ਨੂੰ ਹੋਰ ਪਾਣੀ ਦੇਣਾ ਸ਼ੁਰੂ ਕਰ ਦਿੰਦਾ ਹੈ। ਭਾਵ ਇਸ ਦਰ 'ਤੇ ਆਉਣ ਕਰਕੇ ਹੰਕਾਰ ਮਿਟ ਜਾਏ, ਵਿਕਾਰ ਮਿਟ ਜਾਣ, ਫਿਰ ਤੇ ਹੈ ਇਸ ਦਰ 'ਤੇ ਆਉਣ ਦਾ ਫਾਇਦਾ। ਨਹੀਂ ਤੇ ਸੰਗਤ ਜੀ ਫਿਰ ਇੱਕ ਤਰ੍ਹਾਂ ਦਾ ਮਨੋਰੰਜਨ ਹੀ ਰਹਿ ਜਾਣਾ। ਆਖੋ ਸਤਨਾਮ ਸ੍ਰੀ ਗੁਰੂ ਪਾਤਸ਼ਾਹ ਕਿਰਪਾ ਕਰਨ। ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਇਹੀ ਕਰਿਆ ਕਰੀਏ, ਹੇ ਪਾਤਸ਼ਾਹ ਅਸੀਂ ਪਾਪੀ ਕਲਯੁਗੀ ਜੀਵ ਹਾਂ, ਤੇ ਸਾਡੇ ਕਲਯੁਗੀ ਜੀਵਾਂ ਦੇ ਪਾਪਾਂ ਨੂੰ ਤੂੰ ਮਿਟਾਉਣ ਵਾਲਾ ਏ। ਅਸੀਂ ਤੇ ਜਾਣੇ ਅਣਜਾਣੇ ਪਤਾ ਨਹੀਂ ਕਿੰਨੇ ਪਾਪ ਤੇ ਕਿੰਨੇ ਪੁੰਨ ਕਰ ਲੈਂਦੇ ਆ। ਕੀਤੇ ਹੋਏ ਪੁੰਨਾਂ ਦਾ ਹੰਕਾਰ ਹੋ ਜਾਂਦਾ, ਪਾਪਾਂ ਦਾ ਪਛਤਾਵਾ ਨਹੀਂ ਕਰਦੇ। ਤੇ ਸੱਚੇ ਪਾਤਸ਼ਾਹ ਸਾਨੂੰ ਸੁਮਤ ਬਖਸ਼ਿਓ। ਇਹ ਜੋ ਨਵਾਂ ਮਹੀਨਾ ਆਇਆ ਨਾ, ਇਸ ਨਵੇਂ ਮਹੀਨੇ ਦੇ ਵਿੱਚ ਕੁਝ ਸਾਨੂੰ ਨਵਾਂ ਦੇ ਦਿਓ। ਭਾਵ ਅਸੀਂ ਔਗਣਾਂ ਤੋਂ ਛੁੱਟ ਕੇ ਗੁਣਾਂ ਵਾਲੇ ਬਣ ਜਾਈਏ। ਇਹੋ ਅਰਦਾਸ ਸਾਰਿਆਂ ਨੇ ਕਰਨੀ ਹੈ। ਸਾਰੀ ਸੰਗਤ ਭੋਗ ਦੇ ਸਮੇਂ ਵੀ ਪਹੁੰਚਿਓ, ਜੋ ਇਸ ਟਾਈਮ ਪਹੁੰਚਿਓ, ਆਪ ਜੀ ਦਾ ਧੰਨਵਾਦ ਹੈ। ਆਓ ਆਪਾਂ ਸਾਰੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰੀਏ। ਆਨੰਦ ਸਾਹਿਬ ਦਾ ਪਾਠ ਸੰਗਤ ਸਾਰੀ
ਰਲ ਮਿਲ ਕੇ ਆਵਾਜ਼ ਦਿਆ ਕਰੋ, ਧਿਆਨ ਦਿਆ ਕਰੋ ਕਿ ਇਹ ਬਾਣੀ ਸਾਡੀ ਯਾਦ ਹੋ ਜਾਏ। ਵਾਹਿਗੁਰੂ ਜੀ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ,